ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਸੰਗਤਾਂ ਦਾ ਕੀਰਤਪੁਰ ਇਕੱਠੇ ਹੋਣਾ ਸੁਣ ਕੇ ਧੀਰਮਲ ਵੀ ਆਪਣੀ ਮਾਤਾ ਨੱਤੀ ਨਾਲ ਕੀਰਤਪੁਰ ਪਹੁੰਚ ਗਿਆ। ਜਦ ਉਸਨੇ ਵੇਖਿਆ ਕਿ ਸਾਰੀ ਭੇਟਾ ਸੰਗਤਾਂ ਵੱਲੋਂ ਗੁਰੂ ਜੀ ਦੇ ਅਰਪਣ ਹੋ ਰਹੀ ਹੈ ਅਤੇ ਹਰ ਰਾਏ ਜੀ ਵੱਲ ਗੁਰੂ ਜੀ ਦਾ ਮੇਰੇ ਨਾਲੋਂ ਵਧੇਰੇ ਧਿਆਨ ਹੈ, ਤਾਂ ਉਹ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਪੁੱਜਣ ਤੋਂ ਪਹਿਲਾਂ ਹੀ ਸੁੰਦਰ ਜਾਮਾ ਪਹਿਨ ਕੇ ਸਿਰ ਤੇ ਕਲਗੀ ਲਾ ਕੇ ਗੁਰੂ ਆਸਣ ਉੱਤੇ ਬੈਠ ਗਿਆ। ਉਸ ਦਾ ਵਿਚਾਰ ਸੀ ਕਿ ਗੁਰੂ ਜੀ ਦੇ ਵੱਡੇ ਪੁੱਤਰ ਸ੍ਰੀ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੋਣ ਕਰਕੇ ਗੁਰਗੱਦੀ ਉੱਤੇ ਬੈਠਣ ਦਾ ਉਸ ਦਾ ਹੀ ਹੱਕ ਹੈ। ਹਰ ਰਾਏ ਜੀ ਜੋ ਉਸ ਦੇ ਛੋਟੇ ਭਾਈ ਹਨ, ਉਹਨਾਂ ਦਾ ਹੱਕ ਗੱਦੀ ਉੱਪਰ ਬੈਠਣਾ ਨਹੀਂ ਬਣਦਾ। ਇਸ ਕਰਕੇ ਉਸਨੇ ਵਿਚਾਰਿਆ ਕਿ ਮਸੰਦ ਅਤੇ ਸਿੱਖ ਸੇਵਕਾਂ ਉੱਤੇ ਆਪਣਾ ਪ੍ਰਭਾਵ ਪਾਉਣ ਦਾ ਇਹ ਚੰਗਾ ਸਮਾਂ ਹੈ। ਧੀਰਮਲ ਦੇ ਇਸ ਤਰ੍ਹਾਂ ਗੁਰੂ ਬਣ ਕੇ ਬੈਠਣ ਨਾਲ ਉਸਦੇ ਆਪਣੇ ਮਸੰਦਾਂ ਦੀ ਪ੍ਰੇਰਣਾ ਨਾਲ ਅਣਜਾਣ ਸਿੱਖ ਆਣ ਕੇ ਗੁਰੂ ਕੀ ਕਾਰ ਭੇਟ ਅਰਪਣ ਕਰਨ ਲੱਗੇ ਅਤੇ ਉਸਦਾ ਆਪਣਾ ਮੇਵੜਾ ਹੀ ਅਰਦਾਸਾਂ ਕਰਨ ਲੱਗਾ। ਇਸ ਪ੍ਰਕਾਰ ਕਰਕੇ ਧੀਰਮਲ ਨੂੰ ਸਵਾ ਪਹਿਰ ਵਿੱਚ ਬਹੁਤ ਚੜ੍ਹਾਵਾ ਹੋ ਗਿਆ। ਉਪਰੰਤ ਦੀਵਾਨ ਦੀ ਸਮਾਪਤੀ ਕਰਕੇ ਧੀਰਮਲ ਸਾਰਾ ਚੜ੍ਹਾਵਾ ਚੁੱਕ ਕੇ ਆਪਣੇ ਡੇਰੇ ਆ ਗਿਆ। ਜਦ ਇਸ ਗੱਲ ਦਾ ਪਤਾ ਗੁਰੂ ਜੀ ਨੂੰ ਲੱਗਾ ਕਿ ਧੀਰਮਲ ਨੇ ਅੱਜ ਸੰਗਤ ਤੋਂ ਇਸ ਤਰ੍ਹਾਂ ਬੈਠ ਕੇ ਪੂਜਾ ਕਰਾਈ ਹੈ, ਤਾਂ ਆਪ ਜੀ ਨੇ ਇਸ ਬੇਨਿਯਮੀ ਨੂੰ ਬੰਦ ਕਰਨ ਵਾਸਤੇ ਸੇਵਾਦਾਰਾਂ ਨੂੰ ਕਿਹਾ ਕਿ ਜੇਕਰ ਧੀਰਮਲ ਫਿਰ ਗੱਦੀ ਲਾ ਕੇ ਇਸ ਤਰ੍ਹਾਂ ਬੈਠੇ ਤਾਂ ਉਸ ਨੂੰ ਉੱਥੋਂ ਉਠਾ ਕੇ ਕੀਰਤਪੁਰ ਤੋਂ ਬਾਹਰ ਕੱਢ ਦਿਓ। ਇਸ ਗੱਲ ਉਪਰੰਤ ਜਦ ਤੀਸਰੇ ਪਹਿਰ ਧੀਰਮਲ ਫਿਰ ਸਵੇਰੇ ਵਾਂਗੂ ਹੀ ਗੱਦੀ ਲਾ ਕੇ ਬੈਠ ਗਿਆ, ਤਾਂ ਗੁਰੂ ਜੀ ਨੇ ਸੇਵਾਦਾਰਾਂ ਨੇ ਧੀਰਮਲ ਅਤੇ ਉਸਦੇ ਮਸੰਦਾਂ ਨੂੰ ਉੱਥੋਂ ਉਠਾ ਕੇ ਗੱਦੀ ਚੁੱਕ ਕੇ ਵਗਾਹ ਮਾਰੀ ਅਤੇ ਸਿੱਖ ਸੇਵਾਦਾਰਾਂ ਨੇ ਕਿਹਾ ਕਿ ਤੁਸੀਂ ਗੁਰੂ ਜੀ ਦੇ ਹੁੰਦਿਆਂ ਆਪੇ ਹੀ ਗੁਰੂ ਬਣ ਬੈਠੇ ਹੋ। ਇਸ ਬਹੁਤ ਬੇਨਿਯਮੀ ਤੇ ਅਯੋਗ ਗੱਲ ਹੈ। ਸਾਨੂੰ ਗੁਰੂ ਜੀ ਦਾ ਹੁਕਮ ਹੈ ਕਿ ਆਪ ਜੀ ਨੂੰ ਕਦਾਚਿਤ ਇਸ ਤਰ੍ਹਾਂ ਨਾ ਕਰਨ ਦਿੱਤਾ ਜਾਵੇ। ਚੰਗਾ ਇਹੀ ਹੈ ਕਿ ਆਪ ਇੱਥੋਂ ਹੁਣੇ ਹੀ ਚਲੇ ਜਾਵੋ। ਸੇਵਾਦਾਰਾਂ ਤੋਂ ਇਸ ਤਰ੍ਹਾਂ ਦੀਆਂ ਕਠੋਰ ਗੱਲਾਂ ਸੁਣ ਕੇ ਧੀਰਮਲ ਗੁੱਸੇ ਨਾਲ ਤਿਆਰ ਹੋ ਕੇ ਕਰਤਾਰਪੁਰ ਨੂੰ ਚਲ ਗਿਆ। ਹੋਲੀਆਂ ਦੀ ਪੂਰਨਮਾਸ਼ੀ ਪਿੱਛੋਂ ਦੂਜ ਵਾਲੇ ਦਿਨ ਗੁਰੂ ਜੀ ਨੇ ਸੇਵਾਦਾਰਾਂ ਨੂੰ ਆਗਿਆ ਕੀਤੀ ਕਿ ਦੀਵਾਨ ਵਾਲੇ ਅਸਥਾਨ 'ਤੇ ਇੱਕ ਉੱਚਾ ਥੜਾ ਤਿਆਰ ਕਰਕੇ ਇੱਕ ਵੱਡੇ ਦੀਵਾਨ ਵਾਸਤੇ ਦਰੀਆਂ ਵਿਛਾ ਦਿਓ ਅਤੇ ਉੱਪਰ ਚਾਨਣੀਆਂ ਤਾਣ ਦਿਓ। ਉਪਰੰਤ ਸਭ ਸੰਗਤ ਨੂੰ ਦੀਵਾਨ ਵਿੱਚ ਸੱਦ ਕੇ ਬਿਠਾ ਦਿਓ। ਆਪ ਜੀ ਦੀ ਆਗਿਆ ਅਨੁਸਾਰ ਜਦ ਸਭ ਕੁਝ ਠੀਕ ਹੋ ਕੇ ਦੀਵਾਨ ਸੱਜ ਗਿਆ, ਤਾਂ ਗੁਰੂ ਜੀ ਆਪਣੇ ਤਿੰਨ ਸਾਹਿਬਜ਼ਾਦਿਆਂ ਸ੍ਰੀ ਸੂਰਜਮਲ ਜੀ, ਅਣੀ ਰਾਏ ਜੀ ਅਤੇ ਤੇਗ ਬਹਾਦਰ ਜੀ ਅਤੇ ਪੋਤਰੇ ਸ੍ਰੀ ਹਰ ਰਾਏ ਜੀ ਦਾ ਸਹਿਤ ਆਣ ਕੇ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੋ ਗਏ। ਰਬਾਬੀ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਆ ਗਈ। ਕੀਰਤਨ ਦੇ ਭੋਗ ਉਪਰੰਤ ਗੁਰੂ ਜੀ ਨੇ ਆਪਣੇ ਆਸਣ ਤੋਂ ਉੱਠ ਕੇ ਸ੍ਰੀ ਹਰ ਰਾਏ ਜੀ ਨੂੰ ਆਪਣੀ ਜਗ੍ਹਾ ਬਿਠਾ ਦਿੱਤਾ ਅਤੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ 3 ਪ੍ਰਕਰਮਾਂ ਕਰਕੇ ਮੱਥਾ ਟੇਕਿਆ ਅਤੇ ਭਾਈ ਭਾਨਾ ਜੀ ਨੂੰ ਆਗਿਆ ਕੀਤੀ ਕਿ ਅੱਜ ਤੋਂ ਇਹ ਸਾਡਾ ਰੂਪ ਹਨ, ਇਹਨਾਂ ਨੂੰ ਗੁਰਿਆਈ ਦਾ ਤਿਲਕ ਦੇ ਦਿਓ। ਭਾਈ ਭਾਨੇ ਨੇ ਜਦ ਤਿਲਕ ਲਾ ਦਿੱਤਾ ਤਾਂ ਸਭ ਗੁਰਸਿੱਖਾਂ ਨੇ ਵਾਰੀ-ਵਾਰੀ ਉੱਠ ਕੇ ਸ੍ਰੀ ਹਰ ਰਾਏ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ। ਜਦ ਇਸ ਗੱਲ ਦੀ ਖਬਰ ਮਾਤਾ ਮਰਵਾਹੀ ਜੀ ਨੂੰ ਹੋਈ, ਤਾਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਪੁੱਤਰ ਸੂਰਜਮਲ ਵਿੱਚ ਕੀ ਦੋਸ਼ ਹੈ, ਜਿਸ ਕਰਕੇ ਤੁਸਾਂ ਉਸ ਨੂੰ ਛੱਡ ਕੇ ਗੁਰਿਆਈ ਪੋਤਰੇ ਨੂੰ ਦੇ ਦਿੱਤੀ ਹੈ। ਗੁਰੂ ਜੀ ਬੋਲੇ, ਚਿੰਤਾ ਨਾ ਕਰ, ਇਹਨਾਂ ਨੂੰ ਕੋਈ ਪਰਵਾਹ ਨਹੀਂ ਰਹੇਗੀ, ਸਭ ਕੁਝ ਪ੍ਰਾਪਤ ਹੋਵੇਗਾ। ਜਦ ਗੁਰੂ ਜੀ ਦੇ ਇਹਨਾਂ ਬਚਨਾਂ ਨਾਲ ਮਾਤਾ ਮਰਵਾਹੀ ਜੀ ਦੀ ਤਸੱਲੀ ਨਾ ਹੋਈ, ਤਾਂ ਗੁਰੂ ਜੀ ਨੇ ਸੂਰਜਮਲ ਨੂੰ ਸੱਦ ਕੇ ਪੁੱਛਿਆ ਕਿ ਤੂੰ ਗੁਰਿਆਈ ਲੈ ਕੇ ਗੁਰੂ ਬਣਨਾ ਚਾਹੁੰਦਾ ਹੈ? ਸੂਰਜਮਲ ਨੇ ਕਿਹਾ, ਮਹਾਰਾਜ ਮੈਂ ਗੁਰੂ ਨਹੀਂ ਬਣਨਾ ਚਾਹੁੰਦਾ, ਮੈਂ ਗੁਰੂ ਘਰ ਦੀ ਸਿੱਖੀ ਚਾਹੁੰਦਾ ਹਾਂ। ਸੂਰਜਮਲ ਦੀ ਇਹ ਨਿਮਰਤਾ ਵਾਲੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਸੂਰਜਮਲ ਤੂੰ ਸਿੱਖੀ ਮੰਗ ਕੇ ਸਭ ਕੁਝ ਮੰਗ ਲਿਆ ਹੈ, ਤੈਨੂੰ ਸ਼ਾਬਾਸ਼ ਹੈ, ਤੇਰੀ ਬੰਸ ਬਹੁਤ ਵਧੇ ਫੁੱਲੇਗੀ।
ਅਤੇ ਗੁਰਤਾ ਵੀ ਪ੍ਰਾਪਤ ਹੋਵੇਗੀ। ਜਦ ਇਹ ਗੱਲ ਸੂਰਜਮਲ ਨੇ ਆਪਣੀ ਮਾਤਾ ਨੂੰ ਦੱਸੀ ਤਾਂ ਮਰਵਾਹੀ ਜੀ ਗੁਰੂ ਜੀ ਦੇ ਬਚਨ ਸੁਣ ਕੇ ਪ੍ਰਸੰਨ ਹੋ ਗਏ ਅਤੇ ਕਿਹਾ ਕਿ ਇਹਨਾਂ ਦੇ ਕੀਤੇ ਹੋਏ ਬਚਨ ਕਦੀ ਬਿਰਥਾ ਨਹੀਂ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।